Let's start today's lesson. Today's lesson is Journey by Night. Journey by Night tells the true life adventure story of 12-year-old boy. 12-year-old boy ਦੀ ਇੱਕ adventure story ਹੈ ਸ਼ੇਰ ਸਿੰਘ, ਜਿਸ ਦਾ ਨਾਮ ਕੀ ਸੀ? ਸ਼ੇਰ ਸਿੰਘ. He overcome a seemingly unsurmountable obstacle of an 80-kilometer stretch of muddy track through a dense jungle which is infested with tuskers, bears and tigers and is crisscrossed with streams. ये एक अनसरमाउंटेबल ऑब्सटेकल मतलब ਉਹਦੀ ਬੜੀ ਵੱਡੀ ਇੱਕ ऑब्सटेकल ਸੀ ਜਿਹੜੀ ਇਹਨੂੰ 80 ਕਿਲੋਮੀਟਰ ਐਟ ਏ ਸਟ੍ਰੈਚ ਇੱਕ ਮੱਡੀ ਟਰੈਕ ਗੰਦਾ ਰਸਤਾ ਸੀ, ਮਤਲਬ ਜਿਹਨੂੰ ਜਿਹੜਾ ਕਿ ਜੰਗਲ ਦੇ ਵਿੱਚੋਂ ਜਾਂਦਾ ਸੀ ਅਤੇ ਜਿਹਦਾ ਕਾਹਦੇ ਨਾਲ ਭਰਿਆ ਹੋਇਆ ਸੀ? ਟਸਕਰਸ, ਬੀਅਰਸ ਐਂਡ ਟਾਈਗਰਸ ਐਂਡ ਕ੍ਰਿਸ ਕ੍ਰਾਸ ਵਿਦ ਸਟ੍ਰੀਮ. He takes his critically ill younger brother slung across his young and raw soldiers to the near hospital. ਉਹਨੇ ਉੱਥੇ ਲੈ ਕੇ ਜਾ ਰਿਹਾ ਸੀ ਆਪਣੇ ਉਹਦਾ ਜਿਹੜਾ ਛੋਟਾ ਬ੍ਰਦਰ ਸੀ, ਬਹੁਤ ਬਿਮਾਰ ਸੀ, ਉਹਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਹਸਪੀਟਲ ਲੈ ਕੇ ਜਾ ਰਿਹਾ ਸੀ. ਵੇਅਰ ਲਾਈਜ਼ ਹਿਜ਼ ਹੋਪ ਆਫ ਸਰਵਾਈਵਲ, ਜਿੱਥੇ ਕਿ ਉਹਨੂੰ ਹੈਗਾ ਕਿ ਉਹਦੀ ਜ਼ਿੰਦਗੀ ਬਚ ਸਕਦੀ ਹੈ. ਸ਼ੇਰ ਸਿੰਘ ਇਨ ਦੀ ਐਂਡ ਸਕਸੀਡਸ ਇਨ ਦਾ ਮਿਸ਼ਨ, ਐਂਡ ਦੇ ਵਿੱਚ ਆਪਣੇ ਮਿਸ਼ਨ 'ਚ ਸਕਸੈਸਫੁਲ ਹੋ ਜਾਂਦਾ ਐਂਡ ਅਰਨਸ ਦੀ ਟਾਈਟਲ ਆਫ ਬਹਾਦਰ ਦਾ ਬਰੇਵ. The author Nora Burke was a 20th century British adventurer who spent several years in the Himalayan forest. The author ਜਿਹੜੀ ਆ ਉਹ ਨੇ 20th century ਦੀ ਬ੍ਰਿਟਿਸ਼ ਐਡਵੈਂਚਰਰ ਨੇ ਕਿ ਆਪਣੇ ਬਹੁਤ ਸਾਰੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜਿਹੜੇ ਹਿਮਾਲਯਨ ਦੇ ਜੰਗਲਾਂ ਵਿੱਚ ਬਿਤਾਏ. Sher Singh, a little brother Kumar, lay in her hut with the pain in his stomach that was getting worse. ਸ਼ੇਰ ਸਿੰਘ ਦਾ ਛੋਟਾ ਬ੍ਰਦਰ ਜਿਹੜਾ ਆਪਣੀ ਹੱਟ ਦੇ ਵਿੱਚ ਲੇਟਿਆ ਸੀ ਜਿਹਦੇ ਬਹੁਤ ਜ਼ਿਆਦਾ ਪੇਨ ਹੋ ਰਹੀ ਸੀ. ਸ਼ੇਰ ਸਿੰਘ himself was only 12-year-old, small and cheerful, a child of the jungle. ਸ਼ੇਰ ਸਿੰਘ ਸਿਰਫ 12 ਸਾਲ ਦਾ ਸੀ, ਛੋਟਾ ਜਿਹਾ ਅਤੇ ਬਹੁਤ ਖੁਸ਼ ਰਹਿਣ ਵਾਲਾ ਜੰਗਲ ਦਾ ਬੇਟਾ ਸੀ. and his brother was several years younger, ਅਤੇ ਉਸਦਾ ਭਰਾ ਉਸ ਤੋਂ ਬਹੁਤ ਜ਼ਿਆਦਾ ਛੋਟਾ ਸੀ. There had been other children of course, but they were dead. ਉੱਥੇ ਹੋਰ ਵੀ ਬਹੁਤ ਸਾਰੇ ਲੜਕੇ ਸੀ ਪਰ ਹੁਣ ਉਹ ਸਾਰੇ ਹੀ ਡੈਡ ਹੋ ਗਏ ਸੀ. ਕਾਹਦੇ ਨਾਲ? ਜਿਹੜੀ ਕਾਲਰਾ ਅਤੇ ਇਨਫਲੂਐਂਜ਼ਾ ਦੀ ਬਿਮਾਰੀ ਫੈਲੀ ਹੋਈ ਸੀ ਉਹਦੇ ਨਾਲ ਉਹਨਾਂ ਸਾਰਿਆਂ ਦੀ ਡੈਥ ਹੋ ਚੁੱਕੀ ਹੈ. I will wring out rags in boiling water and lay them on his stomach, said mother. ਉਹਦੀ ਮਦਰ ਨੇ ਕਿਹਾ ਕਿ ਮੈਂ ਬੋਇਲਿੰਗ ਵਾਟਰ ਦੇ ਵਿੱਚ ਕੁਛ ਮਤਲਬ ਗਰਮ ਕਰਕੇ ਅਤੇ ਉਹਦੇ ਪੇਟ ਦੇ ਵਿੱਚ ਰੱਖੂਗੀ ਤਾਂ ਕਿ ਉਹਦੀ ਦਰਦ ਜਿਹੜੀ ਹੈ ਠੀਕ ਹੋ ਜਾਏ. She did not weep. ਉਹ ਰੋ ਨਹੀਂ ਰਹੀ ਸੀ. She had lived through everything. ਉਹਨੇ ਹਰ ਚੀਜ਼ ਜਿਹੜੀ ਉਹ ਦੇਖੀ ਸੀ. The steaming clothes did nothing. ਪਰ ਜਿਹੜੀ ਕਲੋਥ ਤੇ ਉਹਨੂੰ ਸਟੀਮ ਕਰਕੇ ਉਹਦੇ ਪੇਟ 'ਤੇ ਰੱਖੇ ਉਹ ਵੀ ਕੁਛ ਨਹੀਂ ਸੀ ਕਰ ਰਿਹਾ. After a while, ਥੋੜ੍ਹੇ ਚਿਰ ਬਾਅਦ ਸ਼ੇਰ ਸਿੰਘ ਮਦਰ said he must be carried to the hospital at ਕਾਲਾਘਾਟ. ਉਹਨੂੰ ਕਾਲਾਘਾਟ ਹਸਪੀਟਲ ਵਿੱਚ ਲੈ ਜਾਣਾ ਪਵੇਗਾ. Then ਸ਼ੇਰ ਸਿੰਘ knew that his brother was dying. ਪਤਾ ਲੱਗ ਗਿਆ ਕਿ ਉਹਦਾ ਬ੍ਰਦਰ ਮਰ ਰਿਹਾ. For all jungle people know that the hospital is the last resort of the doomed. ਅਤੇ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਹੜਾ ਹਸਪੀਟਲ ਆ ਉਹ ਜਿਹੜੇ ਪੀੜਤ ਆ ਉਹਨਾਂ ਦੀ ਲਾਸਟ ਹੋਪ ਹੈ. I will run for my father, he cried. ਉਹਨੇ ਚਲਾਇਆ ਕਿ ਮੈਂ ਆਪਣੇ ਪਾਪਾ ਨੂੰ ਲੈ ਕੇ ਆਉਣਾ. It may be days before you find them. ਫਿਰ ਉਹਦੀ ਮਦਰ ਨੇ ਕਿਹਾ ਕਿ ਤੈਨੂੰ ਬਹੁਤ ਸਾਰੇ ਦਿਨ ਲੱਗ ਜਾਣਗੇ ਉਹਨੂੰ ਲੱਭਣ ਦੇ ਲਈ. ਸ਼ੇਰ ਸਿੰਘ father was known far and wide as ਸ਼ੇਰ ਸਿੰਘ ਬਹਾਦਰ the brave, a famous hunter with the title Bahadur added to his name like a medal because of all he had done. ਸ਼ੇਰ ਸਿੰਘ ਦਾ ਫਾਦਰ ਜਿਹੜਾ ਉਹ ਬਹੁਤ ਬਹਾਦਰ ਸੀ ਅਤੇ ਉਹ ਸ਼ੇਰ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ. ਇੱਕ ਫੇਮਸ ਹੰਟਰ ਸੀ ਜਿਹਨੂੰ ਕਿ ਟਾਈਟਲ ਦਿੱਤਾ ਗਿਆ ਸੀ ਉਹਦੀ ਬਹਾਦਰੀ ਦੇ ਕੰਮਾਂ ਦੇ ਲਈ. He lived his life here in ਲਾਲਦਵਾਨੀ village, grazing his animals, cultivating his bit of land. ਤੋ ਇੱਥੇ ਇਸ ਲਾਲਦਵਾਨੀ ਪਿੰਡ ਦੇ ਵਿੱਚ ਪਸ਼ੂਆਂ ਨੂੰ ਚਰਾਉਂਦਾ ਸੀ ਅਤੇ ਨਾਲ ਆਪਣੀ ਛੋਟੇ ਜਿਹੇ ਖੇਤ 'ਤੇ ਖੇਤੀ ਕਰਦਾ ਸੀ. But whenever an expedition entered the jungle in search of big game, they sent for ਬਹਾਦਰ. ਪਰ ਜਦੋਂ ਕੋਈ ਵੀ ਐਕਸਪੀਡੀਸ਼ਨ ਹੁੰਦਾ ਵਾ, ਜਦੋਂ ਕੋਈ ਕਿਸੇ ਪਰਪਸ ਲਈ ਜਰਨੀ ਕਰਦਾ, ਕੋਈ ਪਰਪਸ ਦੇ ਲਈ ਉੱਥੇ ਜੰਗਲ ਦੇ ਵਿੱਚ ਆਉਂਦਾ ਤਾਂ ਸ਼ੇਰ ਸਿੰਘ ਹਮੇਸ਼ਾ ਹੀ ਉਹਨਾਂ ਦੇ ਨਾਲ ਜਾਂਦਾ. All along his skull and back and shoulders went a tear where claws had opened his flesh in the bone when he was pulling a comrade away from a tiger. ਕਿਉਂਕਿ ਉਹਦੇ ਸਰੀਰ ਦੇ ਉੱਤੇ ਕਹਿੰਦੇ ਬਹੁਤ ਸਾਰੇ ਦਾਗ, ਬਹੁਤ ਸਾਰੇ ਪੰਜੇ ਲੱਗੇ ਹੋਏ ਸੀ ਕਿਉਂਕਿ ਇੱਕ ਕਾਮਰੇਡ ਨੂੰ ਉਹਨੇ ਬਚਾਉਣ ਦੇ ਲਈ ਟਾਈਗਰ ਦੇ ਨਾਲ ਲੜਾਈ ਵੀ ਕੀਤੀ ਸੀ.
ਨਾਓ ਹੀ ਵਾਜ਼ ਅਵੇ ਇਨ ਦਾ ਜੰਗਲ ਵਿਦ ਐਨ ਐਕਸਪੀਡੀਸ਼ਨ। ਫਿਰ ਇੱਕ ਗਰੁੱਪ ਆਇਆ ਸੀ ਜਿਹਦਾ ਕਿ ਜੰਗਲ ਦੇ ਵਿੱਚ ਗਿਆ ਸੀ ਅਤੇ ਸ਼ੇਰ ਸਿੰਘ ਬਹਾਦਰ ਉਹਦੇ ਨਾਲ ਹੀ ਗਿਆ ਸੀ। ਆਲ ਦਾ ਮੈਨ ਆਫ ਲਾਲਦਵਾਨੀ ਵਿਲੇਜ ਟੂ ਵਰ ਅਵੇ ਐਜ਼ ਬਿਟਰਸ। ਅਤੇ ਹੋਰ ਵੀ ਜਿਹੜੇ ਪਿੰਡ ਦੇ ਲੋਕ ਸੀ ਉਹ ਵੀ ਘਰ ਤੋਂ ਦੂਰ ਸੀ। ਇਨ ਦਿਸ ਮਡ ਐਂਡ ਗ੍ਰਾਸ ਹਟ ਅਪੋਨ ਦਾ ਫਲੋਰ ਆਫ ਟ੍ਰੋਡਨ ਅਰਥ ਕੁੰਵਰ ਲੇ ਕ੍ਰਾਈਮ ਸਮਟਾਈਮਸ ਬਟ ਮੋਸਟਲੀ ਗਲੇਜ਼ਡ ਐਂਡ ਸਾਇਲੈਂਟ। ਜਿਹੜੇ ਆਪਣੇ ਮਿੱਟੀ ਅਤੇ ਘਾਹ ਫੂਸ ਦੇ ਘਰ ਦੇ ਵਿੱਚ ਹੱਟ ਦੇ ਵਿੱਚ ਰਹਿੰਦਾ ਸੀ। ਕੁੰਵਰ ਕਈ ਵਾਰੀ ਉਹ ਮਤਲਬ ਰੋਣ ਲੱਗ ਜਾਂਦਾ ਬਟ ਫਿਰ ਵੀ ਜ਼ਿਆਦਾਤਰ ਉਹ ਸਾਇਲੈਂਟ ਹੀ ਰਹਿੰਦਾ ਸੀ। ਸ਼ੇਰ ਸਿੰਘ ਸਾ ਡੈਥ ਇਨ ਹਿਸ ਯੰਗ ਬ੍ਰਦਰਸ ਆਈ। ਸ਼ੇਰ ਸਿੰਘ ਨੂੰ ਆਪਣੇ ਭਰਾ ਦੀ ਛੋਟੇ ਭਰਾ ਦੀਆਂ ਅੱਖਾਂ ਦੇ ਵਿੱਚ ਡੈਥ ਨਜ਼ਰ ਆਈ ਸੀ। ਦੇਰ ਆਰ ਨੋ ਮੈਨ ਇਨ ਦੀ ਵਿਲੇਜ। ਪਿੰਡ ਦੇ ਵਿੱਚ ਕੋਈ ਆਦਮੀ ਨਹੀਂ ਹੈ। ਸੈਡ I will take him। ਮੈਂ ਉਸਨੂੰ ਲੈ ਕੇ ਜਾਵਾਂਗਾ। His mother must stay behind to mind the cattle and work on the land without which they would all starve। ਅਤੇ ਉਸਦੀ ਮਦਰ ਜਿਹੜੀ ਘਰ ਪਿੱਛੇ ਰਹੇਗੀ ਅਤੇ ਆਪਣੇ ਕੈਟਲ ਤੇ ਹੋਰ ਘਰ ਦੇ ਕੰਮ ਕਰੇਗੀ ਕਿਉਂਕਿ ਉਸ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੈ। And he and she both understood this without saying so। She took one of her two sarees and making a slang for ਸ਼ੇਰ ਸਿੰਘ। ਉਹਨੇ ਆਪਣੀ ਇੱਕ ਸਾੜੀ ਲਈ ਅਤੇ ਉਹਦੇ ਸ਼ੇਰ ਸਿੰਘ ਦੇ ਲਈ ਤਾਂ ਕਿ ਉਹਨੂੰ ਮਤਲਬ ਜਿਹੜਾ ਕੁੰਵਰ ਸੀ ਉਹਨੂੰ ਬੰਨ੍ਹਣ ਦੇ ਲਈ ਉਹਨੇ ਮਤਲਬ ਉਹਦੀ ਸਾੜੀ ਜਿਹੜੀ ਉਹਦੇ ਲੱਕ ਦੇ ਦੁਆਲੇ ਬੰਨ੍ਹ ਦਿੱਤੀ ਤਾਂ ਕਿ ਉਹਨੂੰ ਚੁੱਕ ਸਕੇ। ਲਿਫਟਡ ਅਪ ਕੁੰਵਰ ਐਂਡ ਪੁੱਟ ਹਿਮ ਇਨਟੂ ਇਟ। ਉਹਦੇ ਦੁਆਲੇ ਬੰਨ੍ਹ ਦਿੱਤੀ ਤਾਂ ਕਿ ਉਹਨੂੰ ਚੁੱਕ ਕੇ ਅਤੇ ਉਹਦੇ ਵਿੱਚ ਪਾ ਲਓ। ਸ਼ੇਰ ਸਿੰਘ ਕੁਡ ਫੀਲ ਇਮੀਡੀਏਟਲੀ ਦਾ ਹੀਟ ਆਫ ਦਾ ਬॉयਜ਼ ਬੋਡੀ ਬਰਨਿੰਗ ਥਰੂ ਕਾਟਨ ਕਲੋਥ ਔਨ ਹਿਸ ਬੈਕ। ਜਦੋਂ ਉਹਨੂੰ ਉਹਦੇ ਬੈਕ ਦੇ ਉੱਤੇ ਪਾਇਆ ਗਿਆ ਕੁੰਵਰ ਨੂੰ ਅਤੇ ਉਹ ਇੰਨਾ ਗਰਮ ਸੀ ਕਿ ਉਹਨੂੰ ਮਤਲਬ ਉਹਦੀ ਹੀਟ ਜਿਹੜੀ ਉਹ ਫੀਲ ਹੋ ਰਹੀ ਸੀ। He felt the weight too and wondered how he was going to manage। ਉਹਨੂੰ ਵੀ ਉਹਦਾ ਭਾਰ ਵੀ ਲੱਗ ਰਿਹਾ ਸੀ ਅਤੇ ਉਹ ਹੈਰਾਨ ਹੋ ਰਿਹਾ ਸੀ ਕਿ ਕਿਵੇਂ ਮੈਨੇਜ ਕਰੇਗਾ। He is too big for you, his mother whispered in despair। ਉਹਨੇ ਨਿਰਾਸ਼ਾ ਜਿਹੀ ਕਿਹਾ ਕਿ ਉਹ ਤੇਰੇ ਲਈ ਬਹੁਤ ਵੱਡਾ ਵਾ। You will never get there। ਤੂੰ ਉੱਥੇ ਕਦੀ ਨਹੀਂ ਪਹੁੰਚ ਸਕੇਗਾ। ਸ਼ੇਰ ਸਿੰਘ said nothing। ਸ਼ੇਰ ਸਿੰਘ ਨੇ ਕੁਛ ਨਹੀਂ ਕਿਹਾ। He set off into the jungle in the orange glow of evening। ਅਤੇ ਉਹ ਜੰਗਲ ਵੱਲ ਤੁਰ ਪਿਆ। orange glow of evening ਸ਼ਾਮ ਦਾ ਸਮਾਂ ਸੀ। ਕਾਲਾਘਾਟ was 80 kilometers away but Sher Singh hoped that if he could get through the jungle and cross the two rivers in between he might get a lift in a bullock cart or perhaps even a broken down truck for the last part of his journey। ਪਰ ਕਾਲਾਘਾਟ ਉੱਥੋਂ 80 ਕਿਲੋਮੀਟਰ ਸੀ ਪਰ ਸ਼ੇਰ ਸਿੰਘ ਨੂੰ ਇਹ ਹੋਪ ਸੀ ਕਿ ਜਦੋਂ ਇਹ ਜੰਗਲ ਦੇ ਵਿੱਚ ਨਿਕਲ ਜਾਏਗਾ ਸੜਕ 'ਤੇ ਚਲੇ ਜਾਏਗਾ ਤਾਂ ਉੱਥੋਂ ਉਹਨੂੰ ਕੋਈ ਨਾ ਕੋਈ ਗੱਡਾ ਜਾਂ ਕੋਈ ਨਾ ਕੋਈ ਟਰੱਕ ਜਿਹੜਾ ਮਿਲ ਜਾਏਗਾ ਜਿਹੜਾ ਕਿ ਉਹਦੀ ਜਰਨੀ ਨੂੰ ਪੂਰਾ ਕਰ ਦੇਗਾ। ਹੀ ਵਾਜ਼ ਅਲੋਨ ਔਨ ਦੀ ਟਰੈਕ। ਉਹ ਇਕੱਲਾ ਹੀ ਸੀ। ਦੈਟ ਵੂਨ ਇਨਟੂ ਦਾ ਫੋਰੈਸਟ ਇਨਟੂ ਨਾਈਟ। ਕਿਉਂਕਿ ਰਾਤ ਦਾ ਸਮਾਂ ਸੀ ਉਹ ਇਕੱਲਾ ਹੀ ਜਾ ਰਿਹਾ ਸੀ। ਨਾਟ ਕੁਆਇਟ ਅਲੋਨ ਦੋ ਅਰਾਊਂਡ ਹਿਮ ਲੇ ਦੀ ਫੋਰੈਸਟ ਇਨ ਵਿਚ ਦੀ ਸਟਰਗਲ ਆਫ ਲਾਈਫ ਕੰਟੀਨਿਊਜ਼ ਐਟ ਇਟ ਹੈਡ ਡਨ ਸਿੰਸ ਦੀ ਬਿਗਨਿੰਗ ਆਫ ਦੀ ਵਰਲਡ। ਇਕੱਲਾ ਨਹੀਂ ਸੀ। ਉਹਦਾ ਆਲੇ ਦੁਆਲੇ ਜਿਹੜੀ ਲਾਈਫ ਜੰਗਲ ਦੀ ਲਾਈਫ ਸੀ ਉਹ ਵੀ ਸੀ ਕਿ ਉਹ ਸਟਰਗਲ ਸੀ ਜਿਹੜੀ ਕਿ ਜ਼ਿੰਦਗੀ ਜਦੋਂ ਤੋਂ ਵਰਲਡ ਸ਼ੁਰੂ ਹੋਇਆ ਉਦੋਂ ਤੋਂ ਹੀ ਉਹ ਹੋ ਰਹੀ ਸੀ। The deer were now so poached and decimated that the beasts of prey had to kill domestic animals for food। ਜਿਹੜੇ The deer were now so poached। ਡੀਅਰ ਜਿਹੜੇ ਭੁੱਖੇ ਸੀ ਕਿ ਉਹਨਾਂ ਨੂੰ ਮਤਲਬ ਆਪਣੇ ਖਾਣ ਦੇ ਲਈ ਡੋਮੈਸਟਿਕ ਐਨੀਮਲਸ ਦਾ ਈਵਨ ਮੈਨ ਉੱਤੇ ਵੀ ਗੁਜ਼ਾਰਾ ਕਰਨਾ ਪਿਆ। ਸਮਟਾਈਮਸ ਈਵਨ ਮੈਨ। ਨਾਈਟ ਫੈਲ ਮੀਨਸ ਰਾਤ ਹੋ ਗਈ ਸੀ। ਦਾ ਸਕਾਈ ਬਲੇਜ਼ ਵਿਦ ਸਟਾਰਸ। ਸਕਾਈ ਦੇ ਵਿੱਚ ਸਟਾਰਸ ਚਮਕਣ ਲੱਗ ਪਏ ਸੀ। ਪ੍ਰੈਜ਼ੈਂਟਲੀ ਦਾ ਮੂਨ ਰੋਜ਼। ਚੰਦਰਮਾ ਚੜ੍ਹ ਗਿਆ। ਦਾ ਸਾਈਟ ਆਫ ਡੀਅਰ ਟਰੈਕਸ ਦਾ ਡਸਟ। ਜਿਹੜੀ ਉਹ ਬੀਅਰ ਦੀ ਸਾਈਟ ਉਹ ਵੀ ਆ ਗਈ। ਦਾ square front paw and long back one with the shaggy claws made him glance round uneasily। ਨੂੰ ਐਵੇਂ ਲੱਗਿਆ ਕਿ ਜਿਵੇਂ ਉਹ ਬੀਅਰਸ ਹੈ ਉਹਨਾਂ ਦੇ ਪੰਜੇ ਵੀ ਉਹਨੂੰ ਨਜ਼ਰ ਆਉਣ ਲੱਗ ਪਏ। He had once seen a man who had been mauled by a bear, all his face torn away। He quickened his step। ਉਹਨੂੰ ਮਤਲਬ ਇੱਕ ਉਹ ਇਨਸਾਨ ਯਾਦ ਆ ਗਿਆ ਜਿਹਨੂੰ ਕਿ ਬੀਅਰ ਨੇ ਉਹਦਾ ਮੂੰਹ ਜਿਹੜਾ ਉਹ ਚੰਗੀ ਤਰ੍ਹਾਂ ਨੋਚ ਦਿੱਤਾ ਸੀ। He quickened his step। ਅਤੇ ਉਹ ਜਲਦੀ ਉਹਨੇ ਆਪਣਾ ਤੁਰਨਾ ਸ਼ੁਰੂ ਕਰ ਦਿੱਤਾ। Soon on a cliff above a river bed Sher Singh knew he could go no further without rest। ਜਦੋਂ ਉੱਥੇ ਰਿਵਰ ਦੇ ਕੋਲ ਪਹੁੰਚਿਆ ਤਾਂ ਸ਼ੇਰ ਸਿੰਘ ਨੂੰ ਲੱਗਾ ਕਿ ਇੰਨਾ ਥੱਕ ਗਿਆ ਕਿ ਉਹ ਉਹਨੂੰ ਅੱਗੇ ਰੈਸਟ ਤੋਂ ਬਿਨਾਂ ਅੱਗੇ ਨਹੀਂ ਤੁਰ ਸਕਦਾ। He set ਕੁੰਵਰ down gently। ਉਹਨੇ ਕੁੰਵਰ ਨੂੰ ਬਹੁਤ ਪਿਆਰ ਦੇ ਨਾਲ ਲਿਟਾਇਆ।
Suddenly all chasing muscle shrinking back to their natural positions ਤੇ ਉਹਦੇ ਮਸਲਸ ਜਿਹੜੇ ਆ shrink अपनी नेचुरल पोजीशन ਤੇ आ ਕੇ thrilled and passing pain ਜਿਹੜੀ ਕਿ ਉਹਨੂੰ ਮਤਲਬ ਪੇਨ ਵੀ ਹੋ ਰਹੀ ਸੀ he lays against a tree with her eyes shut recovering तो एक दरख्त ਦੇ ਕੋਲ ਲੇਟ ਗਿਆ ਆਪਣੀਆਂ ਅੱਖਾਂ ਬੰਦ ਕਰਕੇ it was then that he heard the jostle and squeal of elephants ਜਦੋਂ ਲੇਟਿਆ ਤੇ ਇੱਕਦਮ ਉਹਨੂੰ ਕੀ ਸੁਣਿਆ ਉਹਨੂੰ ਹਾਥੀਆਂ ਦੀ ਆਵਾਜ਼ ਸੁਣੀ below him on each side of the shallow river bed the elephants travelled ਜਿਹੜਾ ਰਿਵਰ ਸੀ ਉਹ ਜ਼ਿਆਦਾ ਡੂੰਘਾ ਨਹੀਂ ਸੀ ਪਰ ਉਹਦੇ ਵਿੱਚ ਮਤਲਬ ਉਹਦੇ ਹਾਥੀਆਂ ਦੀ ਆਵਾਜ਼ ਜਿਹੜੀ ਉਹ ਆਈ ਹੀ ਕੁਡ ਸੀ ਦਾ ਕਾਊਜ਼ ਐਂਡ ਦਾ ਬੇਬੀਜ਼ ਉਹ ਗਾਵਾਂ ਤੇ ਉਹਨਾਂ ਦੇ ਬੱਚੇ ਵੀ ਨਜ਼ਰ ਆਏ ਐਂਡ ਵਨ ਗ੍ਰੇਟ ਓਲਡ ਟਸਕਰ ਟਸਕਰ ਮੀਨਸ ਐਲੀਫੈਂਟ ਤੇ ਐਲੀਫੈਂਟ ਹੀ ਵਾਜ਼ ਪਲੇਇੰਗ ਹਿਸ ਟਰੰਕ ਟੂ ਐਂਡ ਫਰੋ to learn whenever the breeze could tell him and suddenly he hesitated the trunk came around towards the boys ਉਹਨੇ ਇੱਕ ਉਹ ਹਾਥੀ ਦੇਖਿਆ ਜਿਹੜਾ ਕਿ ਉਹਦੇ ਦੁਆਲੇ ਸੀ ਤੇ ਆਪਣੇ ਟਰੰਕ ਨੂੰ ਹਿਲਾ ਰਿਹਾ ਸੀ ਉਹਨਾਂ ਦੋਨਾਂ ਲੜਕਿਆਂ ਦੇ ਦੁਆਲੇ ਸ਼ੇਰ ਸਿੰਘ ਚਿਫਟ ਵਿਦ ਫਰਾਈਟ ਸ਼ੇਰ ਸਿੰਘ ਜਿਹੜਾ ਉਹ ਚਿਲਡ ਵਿਦ ਫਰਾਈਟ ਡਰ ਨਾਲ ਕੰਬ ਗਿਆ ਵਿਦ ਕੁੰਵਰ ਟੂ ਕੈਰੀ ਹੀ ਕੁਡ ਨੀਦਰ ਕਲਾਈਂਬ ਨੋਰ ਰਨ ਹੁਣ ਉਹਦੇ ਕੋਲ ਕਿਉਂਕਿ ਬੱਚਾ ਸੀ ਕੁੰਵਰ ਉਹਦਾ ਬ੍ਰਦਰ ਸੀ ਇਸ ਕਰਕੇ ਨਾ ਤੇ ਉਹ ਦੌੜ ਸਕਦਾ ਸੀ ਤੇ ਨਾ ਹੀ ਉਹ ਦਰਖਤ 'ਤੇ ਚੜ੍ਹ ਸਕਦਾ ਸੀ ਪ੍ਰੇਅਰ ਆਫਟਰ ਟ੍ਰਿਬਰ ਫਲੈਡ ਅਪ ਫਰੋਮ ਹਿਸ ਫਰਾਈਟਨ ਸਪਿਰਿਟ ਤੇ ਉਹ ਕੀ ਕਰ ਰਿਹਾ ਸੀ ਪ੍ਰੇਅਰ ਕਰ ਰਿਹਾ ਸੀ ਬਸ ਪਰਮਾਤਮਾ ਦੇ ਅੱਗੇ ਪ੍ਰੇਅਰ ਕਰ ਰਿਹਾ ਸੀ ਦ ਟਸਕਰ ਸਨੋਟਰ ਟਰੰਪਟਡ ਸ਼ੁਕ ਹਿਸ ਐਡ ਤੇ ਉਹ ਜਿਹੜਾ ਟਸਕ ਹਾਥੀ ਉਹਨੇ ਆਪਣਾ ਸਿਰ ਹਿਲਾਇਆ ਸਡਨਲੀ ਹੀ hurried on angrily up the river bed and all the herd with him they disappeared ਤੇ ਇੱਕਦਮ ਉਹ ਸਾਰੇ ਰਿਵਰ ਵੱਲ ਚਲੇ ਗਏ ਤੇ ਜਿਹੜਾ ਸਾਰਾ ਝੁੰਡ ਸੀ ਹਾਥੀਆਂ ਦਾ ਉਹ ਵੀ ਉਹਦੇ ਪਿੱਛੇ ਚਲੇ ਗਿਆ ਸ਼ੇਰ ਸਿੰਘ breathed another prayer of thanks this time ਸ਼ੇਰ ਸਿੰਘ ਨੇ ਹੁਣ ਪਰਮਾਤਮਾ ਦੇ ਥੈਂਕਸ ਦੇ ਲਈ ਪ੍ਰੇਅਰ ਕੀਤੀ ਐਂਡ ਮੇਡ ਰੈਡੀ ਟੂ ਮੂਵ ਵਿਦ ਕੁੰਵਰ ਔਨ ਹਿਸ ਬੈਕ ਵੰਸ ਅਗੇਨ ਤੇ ਤਿਆਰ ਹੋ ਗਿਆ ਹੁਣ ਆਪਣੇ ਫਿਰ ਚੱਲਣ ਦੇ ਲਈ he scrambled down into the river bed scrambled means ਪਾਣੀ ਦੇ ਵਿੱਚ ਉਤਰ ਗਿਆ he scrambled down into the river bed though the water was only waist deep ਪਾਣੀ ਜਿਹੜਾ ਉਹ ਸਿਰਫ ਦੀ ਵੇਸਟ ਤੱਕ ਹੀ ਆ ਰਿਹਾ ਸੀ he had to go slowly because of slime on the stones ਕਿਉਂਕਿ ਜਿਹੜੇ ਉੱਥੇ ਪੱਥਰ ਸੀ ਉਹਦੇ ਉੱਤੇ ਥੋੜਾ ਤਿਲਕਣ ਸੀ ਇਸ ਕਰਕੇ ਉਹ ਹੌਲੀ ਹੌਲੀ ਚੱਲ ਰਿਹਾ ਸੀ thanks goodness there was a bridge on the second river thanks ਕਿ ਜਿਹੜਾ ਦੂਜਾ ਉੱਥੇ ਰਿਵਰ ਆ ਉੱਥੇ ਬ੍ਰਿਜ ਹੈਗਾ ਵਾ he thought that bridge was an impermanent thing made of bamboo poles stones and thick grass ਹਾਲਾਂਕਿ ਉਹ ਟੈਂਪਰੇਰੀ ਆ ਜਿਹੜਾ ਕਿ ਬੈਂਬੂ ਪੋਲਸ ਤੇ ਸਟੋਨ ਤੇ ਨਾਲ ਬਣਿਆ ਹੋਇਆ ਵਾ ਬਟ ਇਟ ਵਾਜ਼ ਐਟ ਲੀਸਟ ਅ ਬ੍ਰਿਜ ਪਰ ਫਿਰ ਵੀ ਉਹ ਬ੍ਰਿਜ ਤੇ ਹੈਗਾ ਕਿ ਉਹਨੂੰ ਪਾਣੀ ਦੇ ਵਿੱਚੋਂ ਨਹੀਂ ਲੰਘਣਾ ਪਏਗਾ As Sher Singh washed up onto the shore, water twinkled in his footprints before sinking into the sand. ਜਿਵੇਂ ਉਹ ਕਿਨਾਰੇ ਤੇ ਨਿਕਲਿਆ ਤੇ ਵਾਟਰ ਜਿਹੜਾ ਉਹਦੀ ਪੈਰਾਂ ਦੇ ਨਿਸ਼ਾਨ ਜਿਹੜੇ ਸੀ ਉਹਨਾਂ ਦੇ ਉੱਤੇ ਪਿਆ ਜਿਹੜੇ ਕਿ ਉਹਨੇ ਸੈਂਡ ਦੇ ਉੱਤੇ ਜਦੋਂ ਰੇਤ ਸੀ ਰੇਤ ਦੇ ਉੱਤੇ ਜਿਹੜੇ ਉਹਦੇ ਪੈਰਾਂ ਦੇ ਨਿਸ਼ਾਨ ਸੀ Coming up out of the river were another set of prints, a tiger's, and there was glitter in them too. ਪਾਣੀ ਦੇ ਵਿੱਚ ਬਾਹਰ ਆਉਣਾ ਵੀ ਬਹੁਤ ਵਧੀਆ ਸੀ ਈਵਨ ਐਜ਼ ਹੀ ਲੁਕਡ ਵੈਰੀ ਡਰਾਈਡ ਜਦੋਂ ਕਿ ਉਹ ਮਤਲਬ ਲੱਗ ਰਿਹਾ ਸੀ ਕਿ ਬਹੁਤ ਸੁੱਕ ਗਿਆ ਹੀ ਪਲੋਡਡ ਸਟੈਡੀਲੀ ਔਨ ਐਂਡ ਹਿਸ ਬੋਡੀ ਪੈਂਟਡ ਐਂਡ sobbed. Towards midnight ਅੱਧੀ ਰਾਤ ਨੂੰ he heard the second river from far away, a steady roar of flood. तो ਅੱਧੀ ਰਾਤ ਹੋਈ ਤਾਂ ਉਹਨੂੰ ਲੱਗਾ ਕਿ ਜਿਹੜੀ ਸੈਕਿੰਡ ਰਿਵਰ ਹੈ ਉੱਥੇ ਕੀ ਆ ਗਿਆ ਫਲੱਡ ਆ ਗਿਆ when he came out on the shore ਜਦੋਂ ਕਿਨਾਰੇ ਤੇ ਆਏ he saw it a big head of snow must have melted yesterday because from bank to bank the rivers foam ਕਿਉਂਕਿ ਬਹੁਤ ਵੱਡਾ ਜਿਹੜਾ ਕਹਿੰਦਾ snow ਉੱਥੇ ਮੈਲਟ ਹੋਏਗੀ ਜਿਹਦਾ ਕਰਕੇ ਉਹ ਆ ਗਿਆ he looked for the bridge ਉਹਨੇ bridge ਵੱਲ ਵੇਖਿਆ it was not there ਉੱਥੇ bridge ਹੈ ਹੀ ਨਹੀਂ ਸੀ only a fierce crest of water showed where it lay submerged ਕਿਉਂਕਿ ਫਲੱਡ ਸੀ ਫਲੱਡ ਦਾ ਕਰਕੇ ਉਹ ਜਿਹੜਾ ਬ੍ਰਿਜ ਸੀ ਉਹਦੇ ਵਿੱਚ ਮਰਜ ਹੋ ਗਿਆ he could hear the river grinding its teeth ਉਹ ਸਿਰਫ ਉਹਨੂੰ ਰਿਵਰ ਹੀ ਨਜ਼ਰ ਆ ਰਿਹਾ ਸੀ then a tree churning over and over crashed against the drowned bridge which reeled and broke throwing up its bamboo ribs like a fan ਤੇ ਉਹਦੇ ਸਾਰੇ ਜਿਹੜੇ ਬੈਂਬੂ
ਜਿਹੜੇ ਸੀ ਉਹ ਪਾਣੀ ਦੇ ਵਿੱਚ ਰੁੜ ਗਏ ਸੀ। ਸ਼ੇਰ ਸਿੰਘ ਸੈਟ ਕੁੰਵਰ ਡਾਊਨ ਐਂਡ ਬ੍ਰੌਟ ਹਿਮ ਵਾਟਰ ਫਰੋਮ ਦਾ ਰਿਵਰ ਇਨ ਹਿਸ ਹੈਂਡਸ। ਸ਼ੇਰ ਸਿੰਘ ਨੇ ਉੱਥੇ ਕੁੰਵਰ ਨੂੰ ਹੇਠਾਂ ਉਤਾਰਿਆ ਅਤੇ ਆਪਣੇ ਹੱਥਾਂ ਦੇ ਵਿੱਚ ਰਿਵਰ ਤੋਂ ਪਾਣੀ ਲੈ ਕੇ ਤੇ ਉਹਨੂੰ ਪਿਆਇਆ। ਮਾਈ ਬ੍ਰਦਰ ਦ ਡਿਲੀਰੀਅਸ ਲਿਟਲ ਬॉय ਵਿਸਪਰਡ ਐਂਡ ਡਰੰਕ। ਉਹਨੇ ਕਿਹਾ ਮੇਰਾ ਭਰਾ, ਮੇਰਾ ਵੀਰ। ਸ਼ੇਰ ਸਿੰਘ gathered grass and plaiting it into a rope, tied it round his brother and himself so they would keep together. Then he entered the water just above the bridge. ਸ਼ੇਰ ਸਿੰਘ ਜਿਹੜਾ ਵਾ ਉਹਨੇ ਆਪਣੇ ਆਪ ਨੂੰ ਗਰਾਸ ਤੇ ਹੋਰ ਉਹਦੇ ਨਾਲ ਬੰਨਿਆ, ਆਪਣੀ ਰੱਸੀ ਦੇ ਨਾਲ ਆਪਣੇ ਆਪ ਨੂੰ ਬੰਨਿਆ ਤੇ ਉੱਥੇ ਕਿਉਂਕਿ ਹੜ੍ਹ ਆਇਆ ਸੀ, ਉਹ ਜਿਹੜਾ ਬ੍ਰਿਜ ਉਹ ਨਜ਼ਰ ਨਹੀਂ ਆ ਰਿਹਾ, ਪਰ ਉਹਨੂੰ ਦੋਨੋਂ ਘੁੱਟ ਕੇ ਬੰਨਿਆ ਤਾਂ ਕਿ ਉਹ ਉਸ ਵਾਟਰ ਦੇ ਵਿੱਚ ਜਿਹੜਾ ਬ੍ਰਿਜ ਦੇ ਉੱਤੋਂ ਦੀ ਜਾ ਰਿਹਾ ਉਹਦੇ ਵਿੱਚ ਉਹ ਐਂਟਰ ਹੋ ਸਕੇ। ਦ ਰਿਵਰ ਸੀਜ਼ਡ ਦੈਮ ਐਂਡ ਫਲੈਟਨ ਦੈਮ ਅਗੇਂਸਟ ਦਾ ਰੈਕ। ਤੇ ਰਿਵਰ ਨੇ ਉਹਨਾਂ ਨੂੰ ਮਤਲਬ ਉਹਦੇ ਉੱਤੇ ਚੱਲ ਰਿਹਾ ਸੀ ਜਿਹੜਾ ਕਿ ਆਲਮੋਸਟ ਡੈਮੇਜ ਹੋ ਗਿਆ ਸੀ। ਅਨਏਬਲ ਟੂ ਮੂਵ ਐਟ ਫਸਟ ਹੀ ਐਜਡ ਫਾਰਵਰਡ ਇਨਟੂ ਦਾ ਮੇਲਸਟੋਮ। ਮੇਲਸਟੋਮ ਹੁੰਦੇ whirlpool, storm, powerful. Feeling for the split ends of bamboo. The deluge deafened him, timber banged and bruised him. It was so cold he could hardly keep his hold. ਇੰਨੇ ਠੰਡਾ ਸੀ ਕਿ ਉਹ ਆਪਣੇ ਆਪ ਨੂੰ ਫੜ ਨਹੀਂ ਸਕਦਾ। He could not get his breath in the spray and he did not know if his brother is lived or died. ਉਹ ਇੰਨਾ ਮਤਲਬ ਠੰਡ ਸੀ ਕਿ ਉਹ ਮਤਲਬ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹਦਾ ਭਰਾ ਜਿਹੜਾ ਉਹ ਜਿੰਦਾ ਕਿ ਨਹੀਂ। ਬਟ ਹੀ ਕੈਪਟ ਦਾ ਚਾਈਲਡਸ ਹੈਡ ਅਬਵ ਵਾਟਰ। ਪਰ ਜਦੋਂ ਚੱਲ ਰਿਹਾ ਸੀ ਕਿ ਉਹਨੇ ਆਪਣੇ ਭਰਾ ਦਾ, ਬੱਚੇ ਦਾ ਸਿਰ ਜਿਹੜਾ ਉਹ ਪਾਣੀ ਤੋਂ ਉੱਤੇ ਰੱਖਿਆ। ਐਂਡ ਮੂਵ ਸਲੋਲੀ, ਤੇ ਹੌਲੀ ਹੌਲੀ ਚੱਲਦਾ ਗਿਆ। ਗਾਸਪਿੰਗ ਇਨ ਮੋਰਲ ਸਟਰਗਲ, he was deaf, blind, frozen and drowned. Gasping ਮਤਲਬ ਉਹ ਦੀ ਜਿਹੜੀ ਮੋਰਲ ਸਟਰਗਲ ਸੀ ਉਹਦੇ 'ਚ ਮੈਂ ਸਾਹ ਲੈਣਾ ਮਤਲਬ ਕਿ ਉਹਨੂੰ ਕੁਛ ਨਾ ਉਹਨੂੰ ਸੁਣ ਰਿਹਾ ਸੀ ਨਾ ਉਹਨੂੰ ਦਿਸ ਰਿਹਾ ਸੀ, ਮਤਲਬ ਇਹ ਫਰੀਜ਼ ਹੋ ਗਿਆ। ਗ੍ਰੈਜੂਅਲੀ ਦਾ ਰਿਵਰ ਸੀਮ ਟੂ ਲੋਸ ਪਾਵਰ। ਗ੍ਰੈਜੂਅਲੀ ਦਾ ਰਿਵਰ ਜਿਹੜੀ ਆ ਉਹਦੀ ਪਾਵਰ ਜਿਹੜੀ ਖਤਮ ਹੋ ਰਹੀ ਸੀ। ਦੇ ਵਰ ਥਰੂ, ਉਹ ਲੰਘ ਚੁੱਕੇ ਸਨ। ਆਫਟਰ ਦੈਟ ਸ਼ੇਰ ਸਿੰਘ ਡਿਡਨਟ ਨੋ ਵਟ ਹੈਪਨ। ਉਸ ਤੋਂ ਬਾਅਦ ਸ਼ੇਰ ਸਿੰਘ ਨੂੰ ਕੁਛ ਨਹੀਂ ਪਤਾ ਲੱਗਾ ਕਿ ਵਟ ਹੈਪਨ, ਕੀ ਹੋਇਆ। ਹੀ ਵਾਜ਼ ਵੈਟ ਐਂਡ ਆਈਸ ਕੋਲਡ ਬਟ ਹੀ ਸਟੰਬਲ ਡਾਊਨ। ਉਹ ਠੰਡ ਦੇ ਨਾਲ ਕੰਬ ਰਿਹਾ ਸੀ। ਹਿਜ਼ ਨੀਜ਼ ਬੈਂਟ ਐਂਡ ਟਰੈਂਬਲਿੰਗ, ਅਤੇ ਉਸਦੇ ਗੋਡੇ ਵੀ ਤਾਂ ਵੀ ਪੂਰੀ ਤਰ੍ਹਾਂ ਠੰਡ ਨਾਲ ਕੰਬ ਰਹੇ। ਦੇ ਗੇਵ ਵੇ। ਹੀ ਵਾਜ਼ ਕ੍ਰੋਲਿੰਗ, ਉਹ ਕ੍ਰੋਲ ਕਰ ਰਿਹਾ ਸੀ। ਦੈਨ ਦੇਅਰ ਵਾਜ਼ ਏ ਰੋਡ ਐਂਡ ਦੀ ਬਾਰਕਿੰਗ ਆਫ ਦੀ ਡੌਗਸ ਹਰਾਲਡਿੰਗ ਆ ਵਿਲੇਜ। ਫਿਰ ਉੱਥੇ ਕੀ ਆ ਗਿਆ, ਇੱਕ ਸੜਕ ਆ ਗਈ ਜਿੱਥੇ ਕਿ ਪਿੰਡ ਸੀ ਅਤੇ ਕੁੱਤੇ ਜਿਹੜੇ ਉਹ ਭੌਂਕ ਰਹੇ ਸਨ। ਲਾਲਦਵਾਨੀ suddenly some people, after that next he knew they were in Balokad and then a truck. after ਉਹ ਤੋਂ ਕੁਛ ਨਹੀਂ ਪਤਾ ਲੱਗਿਆ। then ਉਹਨੂੰ ਮਤਲਬ ਲੱਗਿਆ ਕਿ ਇੱਕ ਉਹ ਗੱਡੀ ਦੇ ਵਿੱਚ ਹੈ ਅਤੇ ਉਸ ਤੋਂ ਬਾਅਦ ਇੱਕ ਟਰੱਕ ਦੇ ਵਿੱਚ। where have you come from boy? ਲੜਕੇ ਨੇ ਪੁੱਛਿਆ ਤੂੰ ਕਿੱਥੋਂ ਆਇਆ। ਉਹਦੇ ਪਿੰਡ ਦਾ ਨਾਂ ਲਿਆ ਲਾਲਦਵਾਨੀ। you carried him alone across the river in flood? ਉਹਨੂੰ ਬੜੇ ਹੈਰਾਨ ਨਾਲ ਪੁੱਛਿਆ ਕਿ ਇਹਨੂੰ ਇਕੱਲਾ ਲੈ ਕੇ ਆਇਆ ਇਸ ਫਲੱਡ ਦੇ ਵਿੱਚ। ਦੇ ਵਰ ਐਟ ਦੀ ਹਸਪੀਟਲ। ਹੁਣ ਉਹ ਕਿੱਥੇ ਸੀ, ਉਹ ਹਸਪੀਟਲ ਦੇ ਵਿੱਚ ਸੀ। ਸ਼ੇਰ ਸਿੰਘ ਫੈਲਟ ਸ਼ਾਈ ਆਫ ਬਿਗ ਬਿਲਡਿੰਗ, ਡਿਡ ਨੋਟ ਗੋ ਇਨ। ਉਹਨੂੰ ਵੱਡੀ ਵੱਡੀ ਬਿਲਡਿੰਗ ਤੋਂ ਮਤਲਬ ਝਾਕ ਰਿਹਾ ਸੀ ਅਤੇ ਉਹ ਅੱਗੇ ਅੰਦਰ ਨਹੀਂ ਸੀ ਗਿਆ ਸੀ। ਮਚ ਲੇਟਰ ਦੇ ਡਾਕਟਰ ਕੇਮ ਆਊਟ ਔਨ ਦਾ ਵਰੈਂਡਾ। ਫਿਰ ਡਾਕਟਰ ਜਿਹੜਾ ਬਾਹਰ ਆਇਆ। ਸ਼ੇਰ ਸਿੰਘ ਬਹਾਦਰ ਆਰ ਯੂ ਦੇਅਰ, ਹੀ ਕਾਲਡ ਆਊਟ। ਡਾਕਟਰ ਨੇ ਕਿਹਾ ਸ਼ੇਰ ਸਿੰਘ ਬਹਾਦਰ ਆਰ ਯੂ ਦੇਅਰ, ਤੂੰ ਇੱਥੇ ਹੋ। ਨਾ ਮਾਈ ਫਾਦਰ ਇਜ਼ ਨਾਟ ਹੇਅਰ। ਉਹਨੇ ਕੀ ਦੱਸਿਆ ਕਿ ਮੇਰਾ ਫਾਦਰ ਇੱਥੇ ਨਹੀਂ ਆ। replied the boy, going up to the veranda. But I am Sher Singh. मैं मैं शेर सिंह। You are the boy who brought the child कुंवर is from लालदवानी। ਦਾ ਤੂੰ ਹੀ ਲੜਕਾ ਹੈ ਜਿਹਨੇ ਕਿ ਕੁੰਵਰ ਨੂੰ ਇੰਨੀ ਦੂਰੋਂ ਲੈ ਕੇ ਆਇਆ ਨਾ। yes. Then a smile broke all over the doctor's great gentle face। ਫਿਰ ਇੱਕ ਡਾਕਟਰ ਦੇ ਫੇਸ ਤੋਂ ਵੀ ਇੱਕ ਬੜੀ ਵੱਡੀ ਜਿਹੀ ਸਮਾਈਲ ਆ ਗਈ। Then you are the ਸ਼ੇਰ ਸਿੰਘ ਬਹਾਦਰ the brave। ਤੂੰ ਅਸਲੀ ਸ਼ੇਰ ਸਿੰਘ ਬਹਾਦਰ ਤੂੰ ਹੀ ਆ। ਹੀ ਸੈਡ ਯੂਅਰ ਬ੍ਰਦਰ ਵਿਲ ਲਿਵ। ਤੇਰਾ ਬ੍ਰਦਰ ਹੁਣ ਜਿਹੜਾ ਉਹ ਜੀਊਗਾ। ਕਮ ਐਂਡ ਸੀ, ਤੂੰ ਆ ਸਕਦਾ ਤੇ ਆ ਕੇ ਤੈਨੂੰ ਦੇਖ ਲਾ। ਓਕੇ, ਨੈਕਸਟ
Vocabulary, glossary, several swear quite a large number. There are several places of worship on the banks of the holy Gangas. Next, resort, recourse, way out. Gandhiji took to fasting as a last resort. Doomed, consigned to ruin. Doomed, consigned to ruin. She is doomed to die if she does not give up drinking. Expedition I have already told. Journey for a particular purpose. Army men went on the Himalayan expedition. Scar mark left on skin by wound, etc. Even the scar on her face did not spoil her beauty. Trodden past but saw tread. Lady Diana fought for the cause of the downtrodden. The child got trodden under the feet of the huge animal. Glazed, glossy, shining. The school compound had a border of glazed tiles. Decimated, destroyed large proportion of the hurricane decimated the national property. Mauled means injured. The mountains bear mauled her face. Cliff, steep rock face, especially on the coast. We went on a picnic by the side of a cliff. The jostle knock against the rowdy voice jostled in the crowd of ladies. Squeal, a prolonged shrill sound or cry. The children in the train got afraid of the squeal of the engine. Snort, make a sound forcing breathe violently through the nose. Lady snorted after listening to the lame excuse of her son. Plod, walk or work laboriously. The man plodded along the hilly path, delirious, wildly excited, unable to think or speak in a rational way, usually because one is very ill and has a fever. The drunkard ran into a delirious state of mind. Maelstrom, a great whirlpool, all the fishermen along with their boats were caught in the maelstrom. Flood, downpour or rain. Deluge. People who are still talking about the Mumbai deluge. Stumble, have partial fall. Stumble over a stone and fell down. Poach may hunt illicitly. Poaching of animals is banned in this state.